ਦੋਸਤੋ ਅੱਜ 10 ਮਈ ਦਿਨ ਐਤਵਾਰ ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਸ਼ਹਿਰ ਤੋਂ ਲੈ ਕੇ ਹਾਜ਼ਰ ਹਾਂ ਵਤਨ ਟੀਵੀ ਪ੍ਰੋਗਰਾਮ। ਪਿਛਲੇ ਦਿਨੀ ਅਲਬਰਟਾ ਸੂਬੇ ਦੀਆਂ ਚੋਣਾਂ ਹੋ ਕੇ ਹਟੀਆਂ ਨੇ 5 ਮਈ ਨੂੰ। ਉਹਦੇ ਜਿਹੜੇ ਰਿਜ਼ਲਟ ਨੇ ਅੱਜ ਲੈ ਕੇ ਹਾਜ਼ਰ ਹੋਵਾਂਗੇ ਅਤੇ ਅੱਜ ਦਾ ਸਾਰਾ ਪ੍ਰੋਗਰਾਮ ਜਿਹੜਾ ਉਹ ਕਵਰੇਜ ਇਲੈਕਸ਼ਨਸ ਦੀਆਂ ਲੈ ਕੇ ਹਾਜ਼ਰ ਹੋਵਾਂਗੇ ਅਤੇ ਨਾਲ ਹੋਰ ਗੱਲਾਂ ਬਾਤਾਂ ਹੋਣਗੀਆਂ। ਅਤੇ ਆਓ ਆਗਾਜ਼ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦਾ। ਅੱਜ ਅਲਬਰਟਾ ਦੀਆਂ 2015 ਦੀਆਂ ਚੋਣਾਂ ਜਿਹੜੀਆਂ ਉਹਨਾਂ ਦੀਆਂ ਵੋਟਾਂ ਪੈ ਰਹੀਆਂ ਨੇ। ਥੋੜ੍ਹੀ ਦੇਰ ਤੱਕ ਵੋਟਾਂ ਦਾ ਰਿਜ਼ਲਟ ਆਉਣਾ ਸ਼ੁਰੂ ਹੋ ਜਾਏਗਾ। ਇਹ ਵੋਟਾਂ ਜਿਹੜੀਆਂ ਨੇ ਬੜੀਆਂ ਇੰਟਰਸਟਿੰਗ ਰਹੀਆਂ, ਕਿਉਂਕਿ ਇੱਕ ਗੱਲ ਤਾਂ ਇਹ ਸੀਗੀ ਕਿ 1 ਸਾਲ ਪਹਿਲਾਂ ਹੀ 3 ਸਾਲ ਬਾਅਦ ਇਹ ਜਿਹੜੀਆਂ ਚੋਣਾਂ ਕਰਵਾਤੀਆਂ ਗਈਆਂ, ਉਹਦੇ ਕਰਕੇ ਵੀ ਲੋਕਾਂ ਦਾ ਜਿਹੜਾ ਆ ਕੁਛ ਗਿਲਾ ਸ਼ਿਕਵਾ ਸੀ ਕਿ ਅਜੇ 4 ਸਾਲ ਜਿਹੜੇ ਆ ਉਹਦੇ ਬਾਅਦ ਵੋਟਾਂ ਹੋਣੀ ਪੈਣੀਆਂ ਚਾਹੀਦੀਆਂ ਸੀ, ਕਿਉਂ ਇਹ ਵੋਟਾਂ ਪਹਿਲਾਂ ਹੋ ਗਈਆਂ। ਉਹਦੇ ਕਰਕੇ ਜਿਮ ਪ੍ਰੈਂਟਿਸ ਸਾਹਿਬ ਨੇ ਇਹ ਕਿਹਾ ਕਿ ਕਿਉਂਕਿ ਬਜਟ ਉਹਨਾਂ ਦਾ ਪਹਿਲਾ ਬਜਟ ਆ ਅਤੇ ਉਹ ਲੋਕਾਂ ਤੋਂ ਮੈਂਡੇਟ ਜਿਹੜਾ ਉਹ ਲੈਣਾ ਚਾਹੁੰਦੇ ਆ, ਉਸ ਕਰਕੇ ਉਹਨਾਂ ਨੇ ਚੋਣਾਂ ਪਹਿਲਾਂ ਕਰਵਾ ਲਈਆਂ। ਦੇਖੋ ਉਹਦੇ ਤੋਂ ਜਦੋਂ ਤੋਂ ਉਹਨਾਂ ਨੇ ਚੋਣਾਂ ਅਨਾਊਂਸ ਕੀਤੀਆਂ ਸੀ ਅਤੇ ਅੱਜ ਆਖਰੀ ਦਿਨ ਵੋਟਾਂ ਦਾ, ਜਦੋਂ ਵੋਟਾਂ ਪੈ ਰਹੀਆਂ ਨੇ, ਹੁਣ ਤੱਕ ਲੋਕਾਂ ਦਾ ਪ੍ਰਤੀਕਰਮ ਜਿਹੜਾ ਆ ਉਹ ਅਲਬਰਟਨਸ ਦਾ ਉਹ ਕਾਫੀ ਪੀਸੀ ਪਾਰਟੀ ਤੋਂ ਦੂਸਰੇ ਪਾਸੇ ਚਲਿਆ ਗਿਆ ਹੈ। NDP ਪਾਰਟੀ ਜਿਹੜੀ ਆ, ਪੋਲਸਟਰ ਜਿੰਨੇ ਵੀ ਆ ਉਹ ਸਾਰੇ ਕਹਿ ਰਹੇ ਨੇ ਕਿ NDP ਪਾਰਟੀ ਅੱਗੇ ਆ। ਲੇਕਿਨ ਇਹ ਅਸੀਂ ਅੱਜ ਜੀਨ ਜਵਾਜ਼ਦੈਸਕੀ ਸਾਹਿਬ ਜਿਹੜੇ ਸਾਡੇ ਵਿਧਾਨ ਸਭਾ ਦੇ ਸਪੀਕਰ ਹਨ ਸੀਗੇ ਪਿਛਲੀ ਇਲੈਕਸ਼ਨ ਦੇ ਵਿੱਚ, ਅਤੇ 1993 ਤੋਂ ਲੈ ਕੇ ਹੁਣ ਤੱਕ ਉਹ ਲਗਾਤਾਰ ਜਿੱਤਦੇ ਆ ਰਹੇ ਆ। ਅੱਜ ਉਹਨਾਂ ਦੇ ਕੈਂਪੇਨ ਆਫਿਸ ਦੇ ਵਿੱਚ ਅਸੀਂ ਪਹੁੰਚੇ ਹਾਂ ਅਤੇ ਅਸੀਂ ਆਓ ਪ੍ਰਤੀਕਰਮ ਦੇਖਦੇ ਹਾਂ ਕਿ ਉਹਨਾਂ ਦੇ ਜਿਹੜੇ ਸਮਰਥਕ ਆ ਉਹਨਾਂ ਦਾ, ਕਿ ਉਹ ਕੀ ਸੋਚਦੇ ਨੇ ਕਿ ਅੱਜ ਦੀਆਂ ਚੋਣਾਂ ਦਾ ਨਤੀਜੇ ਜਿਹੜੇ ਆ ਉਹ ਕਿਹੋ ਜਿਹੇ ਰਹਿਣਗੇ। ਦੇਖੋ ਜੀ, ਇਸ ਬਾਰੇ ਤਾਂ ਕੁਛ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਵੇਲੇ ਹਰ ਇੱਕ ਬੰਦੇ ਦੇ ਆਪਣੇ ਦਿਲ ਵਿੱਚ ਹੈ ਕਿ ਕਿਹਨੂੰ ਵੋਟ ਪਾਉਣਾ ਹੈ। ਜਿੰਨੀ ਦੇਰ ਤੱਕ ਰਿਜ਼ਲਟ ਨਹੀਂ ਆਉਂਦੇ ਉਨੀ ਦੇਰ ਤੱਕ ਅਸੀਂ ਕੁਛ ਨਹੀਂ ਕਹਿ ਸਕਦੇ। ਹਵਾ ਚੱਲੀ ਸੀ ਕਿ NDP ਸ਼ਾਇਦ ਅੱਗੇ ਹੋ ਜਾਏ, ਪਰ ਕੁਛ ਨਹੀਂ ਕਿਹਾ ਜਾ ਸਕਦਾ। Like I said, we are in Gene Dwazdesky's campaign office, and we have pleasure to have his daughter Oriana with us this evening by the end of the polls. Oriana, it was exciting campaign, wasn't it? It was a very exciting campaign. It will be very interesting to see the results come in tonight. So what are you hoping the outcome? Well, of course I'm hoping for my dad to win. I know that he will. He's a solid man. He's worked very, very hard. I've seen it myself, and I know he has a lot of support. Polls are saying NDP is going way ahead, but last time we know pollsters were saying so many things. They were wrong. So what do you think about the polls this time? I think it's really interesting to see what the polls come back with, but I don't think that they're necessarily always correct. So you just have to wait until you see the results. On this result night, and we have Anna here with us, Jean's mom, very wonderful mom, and let's say what she has to say about this campaign. Anna, you know, it was very exciting campaign, and you have a very hard-working son who did so much for Albertans. What's your reaction on today's voting? Well, we have to take it as it comes. The people make the decisions. If they make a wrong decision, they'll all have to suffer for it, pay for it, you know, because we had real good people, you know, and Prentice himself, he's a wonderful person, a good speaker, and cares. ਜਿਵੇਂ ਕਿ ਪਿਛਲੇ ਕਾਫੀ ਦਿਨਾਂ ਤੋਂ ਤੁਸੀਂ ਦੇਖਦੇ ਆ ਰਹੇ ਹੋ ਕਿ ਅਲਬਰਟਾ ਦੀਆਂ ਚੋਣਾਂ ਦਾ ਕਾਫੀ ਸ਼ੋਰ ਹੈ। ਸਾਰੀਆਂ ਪਾਰਟੀਆਂ ਆਪਣਾ ਆਪਣਾ ਜ਼ੋਰ ਲਾਉਂਦੀਆਂ ਆਈਆਂ ਹਨ, ਅਤੇ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਉਹ ਅਸੀਂ ਇਹਨਾਂ ਚੋਣਾਂ ਉੱਪਰ ਹੀ ਸਾਰਾ ਜਿਹੜਾ ਆ ਤੁਹਾਨੂੰ ਜਾਣਕਾਰੀ ਦਿਆਂਗੇ। ਕਿਵੇਂ ਚੋਣਾਂ ਸ਼ੁਰੂ ਹੋਈਆਂ ਅਤੇ ਕੀ ਰਿਜ਼ਲਟ ਨਤੀਜੇ ਆਏ, ਕੀ ਰਿਜ਼ਲਟ ਨਿਕਲੇ ਇਹਨਾਂ ਚੋਣਾਂ ਦੇ, ਉਹਦੇ ਬਾਰੇ ਗੱਲਬਾਤ ਕਰਾਂਗੇ। We're seeing Albertans rallying together for a different alternative. We're seeing Albertans rallying together for something that's not the same old 44-year-old government. And that's what this vote comes down to, is who can you trust? And they can vote for us because they know that they can trust a Wildrose government. They know that they can trust us to do what's best for them, and that's what we will do. Trust is the big issue in this election, and I think Albertans are very concerned about the lack of consistency, the
broken promises. But we've tackled tough times before, and we've got through it. I will not raise your taxes. No exceptions. Alberta is changing. It's time for the government to change too. The reason we're having an election is that the province is at a critical point, and the decisions are not my decisions. They're decisions that belong to Albertans. ਅਲਬਰਟਾ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਬਹੁਤ ਹੀ ਹੈਰਾਨੀਜਨਕ ਰਹੇ ਨੇ ਇਸ ਵਾਰ 87 ਵਿੱਚੋਂ 53 ਸੀਟਾਂ ਲੈ ਕੇ ਐਨਡੀਪੀ ਜਿਹੜੀ ਆ ਉਹ ਜੇਤੂ ਰਹੀ ਆ। Friends, I believe that change has finally come to Alberta. New people, new ideas, and a fresh start for our great province. It's a challenge for all of us to see the PC party have such a defeat, especially in the city of Edmonton, our home, and where we had it was a great future here. I don't know what's going to happen now. We'll see. What we're going to do is continue with what we're doing, and that is representing Albertans and working hard for them. We've, I think clearly seen that Albertans have spoken, that they want a strong opposition, and they want Wildrose to be that opposition. The Alberta Liberal Party is not dead. We have to regroup and find out where we're not connecting with Albertans. No, I think what we are seeing is a new chapter in Alberta politics. I think we are seeing the end of political dynasties in Alberta. ਬਹੁਤ ਉਤਸ਼ਾਹ ਨਾਲ ਸਾਰੇ ਅਲਬਰਟਾ ਵਾਲਿਆਂ ਨੇ ਇਸ ਵੇਲੇ ਇਸ ਪਾਰਟੀ ਨੂੰ ਐਨਡੀਪੀ ਨੂੰ ਖਾਸ ਤੌਰ ਤੇ ਰੇਸ਼ੀਅਲ ਨੋਟਲੀ ਫੈਕਟਰ ਜਿਹੜਾ ਆ ਉਹ ਬਹੁਤ ਕਾਮਯਾਬ ਰਿਹਾ ਤੇ ਉਹਦੇ ਵਿੱਚ ਪਹਿਲਾਂ ਰਾਜ ਕਰ ਰਹੀ 44 ਸਾਲ ਰਾਜ ਕਰਦੀ ਆਉਂਦੀ ਪਾਰਟੀ ਪੀਸੀ ਪਾਰਟੀ ਜਿਹੜੀ ਆ ਉਹਦਾ ਬੇੜਾ ਡੁੱਬਦਾ ਦੇਖ ਕੇ ਤੇ ਉਹਦਾ ਮਲਾਹ ਜਿਵੇਂ ਛਾਲ ਮਾਰ ਕੇ ਪਾਸੇ ਹੋ ਜਾਂਦਾ ਆ। ਪ੍ਰੀਮੀਅਰ ਜਿਮ ਪ੍ਰੈਂਟਿਸ ਨੇ ਬਿਲਕੁਲ ਇਸੇ ਤਰ੍ਹਾਂ ਕੀਤਾ ਜਦੋਂ ਇੰਨੀਆਂ ਸੀਟਾਂ ਹੁੰਦੇ ਹੋਏ ਇਹਨਾਂ ਚੋਣਾਂ ਦੇ ਵਿੱਚ ਸਿਰਫ 10 ਸੀਟਾਂ ਹੀ ਜਿੱਤ ਸਕੀ ਹੈ ਪਾਰਟੀ। ਉਹਨਾਂ ਨੇ ਪਾਰਟੀ ਤੋਂ ਜਿਹੜਾ ਆ ਆਪਣੇ ਪ੍ਰਧਾਨਗੀ ਤੋਂ ਹੀ ਅਸਤੀਫਾ ਨਹੀਂ ਦਿੱਤਾ ਸਗੋਂ ਆਪਣੀ ਸੀਟ ਤੋਂ ਵੀ ਅਸਤੀਫਾ ਦੇ ਕੇ ਪਾਸੇ ਹੋ ਗਏ ਨੇ। Accordingly, I have resigned as the leader of the Progressive Conservative Party of Alberta, effective immediately, and furthermore I will step aside as the elected member of the Legislative Assembly for Calgary Foothills. You know, there's no greater fortune in life than to be a Canadian and an Albertan. We are all so very, very lucky. It's been a great privilege for me to serve our province in elected office, and I leave with the confidence that the determination and the resilience of Albertans will overcome whatever challenges we face now or in the future. ਇਹਦੀ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਨਾਰਾਜ਼ਗੀ ਆ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਦੇ ਹਲਕੇ ਤੋਂ ਉਹਨਾਂ ਨੂੰ ਇੰਨੀਆਂ ਵੋਟਾਂ ਨਾਲ ਜਿਤਾਇਆ ਉਹਨਾਂ ਦਾ ਹੀ ਸਾਥ ਛੱਡ ਕੇ ਉਹ ਪਾਰਟੀ ਤੋਂ ਵੀ ਪਾਸੇ ਹੋ ਗਏ ਤੇ ਆਪਣੀ ਸੀਟ ਤੋਂ ਵੀ ਰਿਜ਼ਾਈਨ ਦੇ ਗਏ। ਸੋ ਇਹ ਸੀ ਨਤੀਜੇ ਇਹਨਾਂ ਚੋਣਾਂ ਦੇ ਜਿਹੜੇ ਕਿ ਜਿਵੇਂ ਪਹਿਲਾਂ ਦੱਸਿਆ ਕਿ ਬਹੁਤ ਹੀ ਹੈਰਾਨੀਜਨਕ ਰਹੇ ਨੇ। ਆਓ ਅੱਗੇ ਬਾਕੀ ਦੀ ਜਿਹੜੇ ਆ ਉਹ ਚੋਣਾਂ ਦੇ ਵਿੱਚ ਕਿਵੇਂ ਰਹੀਆਂ ਦੂਸਰੀਆਂ ਪਾਰਟੀਆਂ ਉਹਨਾਂ ਬਾਰੇ ਦੇਖਦੇ ਹਾਂ। How do you feel about becoming a first NDP premier of this great province, Alberta? Well, I think that Albertans elected a new government, and I think they were looking for change. I don't think it was a conservative vote split. I think, quite frankly, one could argue there was a change vote split too. So what it was is what we have is the reflection of the choice and the will of Alberta voters, and I am exceptionally excited to be the one that gets to lead with their trust having been put on my shoulders. I'm actually very excited about the makeup of our caucus. As I mentioned in my speech, I believe that we will have achieved a historic high in Canada in terms of the number of women who will be in this caucus, this government caucus. And what I've said all along is that our candidates reflect Albertans. Albertans will look at our caucus and they'll look at our cabinet and see themselves reflected there. And I'm very excited about that. And I have every faith that they will be able to serve Albertans the way they've been elected to do. To Alberta, weather's good there in the spring. Strong winds that blow lonely, 7 seas that run high, all the things that don't change, come what may. Oh, the good times, they're all gone, and I'm bound for
Party.